ਗੋਰੀ ਨਹੀਂ ਸੋਨੇ ਦੀ ਚਿੜੀਆ ਹੱਥ ਵਿੱਚ ਆ ਗਈ। ਦਿਹਾੜਿਆਂ 'ਚ ਫੈਕਟਰੀ ਦਾ ਮਾਲਕ ਬਣ ਗਿਆ। ਅੱਗੇ ਵੀ ਉਸ ਫੈਕਟਰੀ 'ਚ ਇੰਡੀਅਨ ਤੇ ਪਾਕਿਸਤਾਨੀ ਢੇਰ ਕੰਮ ਕਰਦੇ ਸੀ, ਲੇਕਿਨ ਇਹ ਜਵਾਨ ਸਾਰਿਆਂ ਤੋਂ ਤੇਜ਼ ਨਿਕਲਿਆ। ਪਹਿਲਾਂ ਤੇ ਇਹਦੇ ਕੋਲ ਕੰਮ ਕੋਈ ਨਹੀਂ ਸੀ। ਡੇਰੇ ਤੇ ਮੁੰਡਿਆਂ ਨੂੰ ਆਦਾ ਕਿ ਯਾਰ ਮੇਰੇ ਵਾਸਤੇ ਵੀ ਕੰਮ ਪਤਾ ਕਰੋ। ਇੱਕ ਮੁੰਡਾ ਆਂਦਾ ਕਿ ਯਾਰ ਸਾਡੀ ਫੈਕਟਰੀ 'ਚ ਜਗ੍ਹਾ ਖਾਲੀ ਹੋਈ ਹੈ, ਮੈਂ ਆਪਣੀ ਮਾਲਕਨ ਨਾਲ ਗੱਲ ਕਰਾਂਗਾ। ਉਹਨੇ ਜਿਸਲੇ ਮਾਲਕਨ ਨਾਲ ਜਾ ਕੇ ਗੱਲ ਕੀਤੀ, ਮਾਲਕਨ ਨੇ ਆਖਿਆ ਤੂੰ ਕੰਮ ਬਹੁਤ ਜ਼ਿਆਦਾ ਸਹੀ ਕਰਨੇ, ਨਾਲੇ 3-4 ਸਾਲ ਹੋ ਗਏ ਸਾਡੇ ਕੋਲ ਕੰਮ ਕਰਦਾ, ਤੇਰੀ ਕੋਈ ਸ਼ਿਕਾਇਤ ਨਹੀਂ, ਤੂੰ ਆਪਣਾ ਬੰਦਾ ਲੈ ਆ, ਅਸੀਂ ਟਰਾਈ ਮਾਰ ਲੈਣਾ। ਤੁਹਾਨੂੰ ਪਤਾ ਆਮ ਤੌਰ ਤੇ ਹਰ ਬੰਦੇ ਦਾ ਦਿਲ ਹੁੰਦਾ ਹੈ ਕਿ ਮੈਂ ਆਪਣਾ ਬੰਦਾ ਲੈ ਕੇ ਆਵਾਂ। ਇਹਨੇ ਜਵਾਨ ਨੂੰ ਆਖਿਆ ਚੱਲ ਆ ਜਾ, ਤੇ ਮਾਲਕਨ ਨੇ ਤੈਨੂੰ ਕੰਮ ਤੇ ਰਾਹ ਲਿਆ। ਕੋਈ ਦੀ ਕਿਸਮਤ ਬੜੀ ਚੰਗੀ ਸੀ, ਇਹਨੂੰ ਉਸ ਜਗ੍ਹਾ ਤੇ ਕੰਮ ਲਾਇਆ ਜਿੱਥੇ ਮਾਲਕਨ ਲਿਆ ਕੇ ਗੱਡੀ ਖਿਲਾਉਂਦੀ ਸੀ। ਜਵਾਨ ਫਟਵਟ ਜਾ ਕੇ ਮਾਲਕਨ ਦਾ ਦਰਵਾਜ਼ਾ ਖੋਲਣ ਲੱਗ ਪੈਂਦਾ। ਉਹ ਕਹਿੰਦੀ ਨਾ ਦਰਵਾਜ਼ਾ ਨਾ ਮੇਰਾ ਖੋਲਿਆ ਕਰ। ਅੱਗੂ ਖਲੋ ਕੇ ਹੱਥ ਬੰਨ ਕੇ ਤੇ ਹਾਏ ਹਾਏ ਕਰਨ ਲੱਗ ਪੈਂਦਾ ਆ। ਉਹ ਵੀ ਅੱਗੂ ਹਾਏ ਹਾਏ ਕਰਦੀ ਸੀ। ਅੱਗੂ ਆ ਗਏ ਸੀ ਰੋਜ਼ੇ, ਤੇ ਰੋਜ਼ਿਆਂ 'ਚੋਂ ਬੜੀ ਰਿਸਪੈਕਟ ਕਰਦੀ ਸੀ। ਉਹ ਇਹ ਕੋਸ਼ਿਸ਼ ਕਰਦੀ ਸੀ ਕਿ ਇਹਨਾਂ ਨੂੰ ਜਿਹੜਾ ਜੋ ਵੀ ਫ੍ਰਿਜ 'ਚ ਡਰਿੰਕ ਵਗੈਰਾ ਇਹ ਬਿਸ਼ੱਕ ਉੱਥੋਂ ਲੈ ਸਕਦੇ ਨੇ। ਅੱਗੂ 100 ਯੂਰੋ ਫਾਲਤੂ ਦਿੰਦੇ ਸੀ ਕਿ ਆਪਣੇ ਖਾਣ ਪੀਣ ਵਾਸਤੇ ਚੀਜ਼ਾਂ ਲੈ ਆਵੋ। ਇਹਨੇ ਇੰਜ ਕੀਤਾ ਘਰੋਂ ਜਨਾਬ ਪੈਟਸ ਪਕੌੜੇ ਤੇ ਸਮੋਸੇ ਬਣਾ ਕੇ ਲੈਣ ਦੇ ਤਾਂ ਕਿ ਮੈਂ ਆਪਣੀ ਮਾਲਕਨ ਨੂੰ ਜਾ ਕੇ ਖਵਾਲਾਂਗਾ। ਸਾਰੇ ਮੁੰਡੇ ਇਕੱਠੇ ਬਹਿ ਕੇ ਰੋਜ਼ਾ ਖੋਲਦੇ ਸੀ ਪਏ। ਇਹਨੇ ਇੱਕ ਪੈਕਟ ਜਿਹਾ ਬਣਾਇਆ। ਮੁੰਡੇ ਨੇ ਆਖਿਆ ਕਿਉਂ ਬਣਾਈ? ਆਂਦਾ ਨਹੀਂ ਮੈਂ ਮਾਲਕਨ ਨੂੰ ਜਾ ਕੇ ਦੇਣਾ। ਉਹਨੇ ਕਿਹਾ ਰਹਿਣ ਦੇ, ਉਹ ਕਿਹੜਾ ਸਾਡੀਆਂ ਕੋਈ ਚੀਜ਼ਾਂ ਖਾਂਦੀ। ਉਹਨੇ ਕਿਹਾ ਨਹੀਂ ਮੈਂ ਇੱਕ ਵਾਰੀ ਜਾਵਾਂਗਾ, ਟਰਾਈ ਮਾਰਾਂਗਾ। ਜਿਸ ਮੁੰਡੇ ਨੇ ਕੰਮ ਤੇ ਰਹਿ ਉਹਨੇ ਕਿਹਾ ਰਹਿਣ ਦੇ ਯਾਰ, ਬੰਦਾ ਬਣ ਕੋ ਮੁੰਡਾ ਤੂੰ ਉੱਠ ਕੇ ਜਾਂਦਾ ਐਸੇ ਹੀ ਹੈ। ਉਹਨੇ ਆਖਿਆ ਤੂੰ ਫਿਕਰ ਨਾ ਕਰ। ਜਵਾਨ ਉੱਠ ਕੇ ਗਿਆ ਜਨਾਬ ਸਿੱਧਾ ਦਫ਼ਤਰ ਜਾ ਕੇ ਉਹਨੂੰ ਕਹਿੰਦਾ ਕਿ ਮੈਂ ਤੇਰੇ ਵਾਸਤੇ ਘਰੋਂ ਬਣਾ ਕੇ ਲੈਣਾ, ਤੂੰ ਇੱਕ ਵਾਰੀ ਚੈੱਕ ਕਰੀ। ਉਹਨੇ ਜਨਾਬ ਰਾਹ ਲੀਆਂ ਤੇ ਜਿਸਲੇ ਬਾਹਰ ਆ ਗਿਆ ਤੇ ਥੋੜੀ ਦੇਰ ਬਾਅਦ ਮਾਲਕ ਨੇ ਉਹਨੇ ਕਿਹਾ ਤੇ ਬਹੁਤ ਜ਼ਾਇਕਾ ਸੀ, ਸਪਾਈਸੀ ਸੀ, ਬਹੁਤ ਮਜ਼ੇ ਦੀਆਂ ਸੀ। ਅੱਗੂ ਤੂੰ ਮੇਰੇ ਵਾਸਤੇ ਲਿਆ ਸਕਨੇ ਚੀਜ਼ਾਂ। ਜਨਾਬ ਮੁੰਡੇ ਸਾਰੇ ਤੱਕਣ ਲੱਗ ਪਏ। ਇਹ ਤੇ ਬੜਾ ਅੱਗੇ ਕਲੋਜ਼ ਹੋ ਗਿਆ। ਅੱਗੂ ਜਨਾਬ ਮਾਲਕਨ ਜਿਹੜਾ ਥੋੜੀ ਚੀਜ਼ ਇਹਦੇ ਕੋਲ ਲੈ ਲੈਂਦੀ ਸੀ, ਗੱਲਬਾਤ ਬੜੀ ਹੱਸ ਕੇ ਇਹਦੇ ਨਾਲ ਕਰਦੀ ਸੀ। ਉਹ ਆਸਤਾ ਆਸਤਾ ਇਹਨਾਂ ਦੀ ਕਾਫੀ ਗੱਲਬਾਤ ਹੋ ਗਈ। ਮਾਲਕਨ ਨੇ ਆਖਿਆ ਕਿ ਮੇਰੇ ਘਰ ਸਫਾਈ ਦਾ ਕੰਮ ਹੈ, ਤੂੰ ਚਾਹੇ ਤੇ ਵੀਕਐਂਡ ਉੱਥੇ ਆ ਕੇ ਕਰ ਸਕਨੇ। ਅੱਗੂ ਉਹਦਾ ਬॉयਫ੍ਰੈਂਡ ਤੇ ਐਸੀ ਉਹਦੇ ਕੱਪੜੇ ਵਗੈਰਾ ਜਿਹੜੇ ਐਸੀ ਬਿਲਕੁਲ ਨਵੇਂ ਸੀ। ਮਾਲਕਨ ਨੇ ਆਖਿਆ ਅਗਰ ਤੂੰ ਚਾਹੇ ਤੇ ਇਹ ਸਾਰੇ ਤੂੰ ਲੈ ਕੇ ਜਾ ਸਕਨੇ, ਤੇ ਤੂੰ ਇਹ ਬੱਚਿਆਂ ਵਾਲੇ ਖਿਡਾਉਣੇ ਨੇ, ਅਗਰ ਕਿਸੇ ਦੇ ਬੱਚੇ ਆਣੇ ਤੂੰ ਉਹਨਾਂ ਨੂੰ ਦੇ ਦੇਈ। ਇਹ ਬੜਾ ਖੁਸ਼ ਹੋਇਆ ਨਾ ਜਨਾਬ। ਸਾਰੇ ਖਿਡਾਉਣੇ ਜਿਹੜੇ ਨੇ ਉਹ ਪੈਕ ਕਰ ਲਏ। ਉਤੋਂ ਜਿਹੜੇ ਕੱਪੜੇ ਸੀ, ਪੈਂਟਾਂ ਸੀ, ਕੋਟ ਹੈ, ਉਹ ਸਾਰੇ ਜਨਾਬ ਇੱਕ ਬੈਗ ਬਣਾ ਕੇ ਤੇ ਘਰ ਲੈਂਦਾ। ਜਿਸੇ ਲੈ ਕੇ ਮੁੰਡਿਆਂ ਨੇ ਪੁੱਛਿਆ ਕਿੱਥੋਂ ਲੈਣ ਦੀ? ਆਂਦਾ ਮੈਂ ਮਾਲਕਨ ਦੇ ਘਰ ਗਿਆ ਸਾਂ, ਇਹ ਬਿਲਕੁਲ ਨਵੇਂ ਬ੍ਰਾਂਡ ਦੇ ਕੱਪੜੇ ਨੇ, ਉਹਨੇ ਮੈਨੂੰ ਦਿੱਤੇ, ਨਾਲ ਬੱਚਿਆਂ ਵਾਲੇ ਖਿਡਾਉਣੇ ਦਿੱਤੇ ਨੇ। ਨਾਲ ਇੱਕ ਅੰਕਲ ਹੋਰੀ ਬੈਠੇ ਸੀ। ਉਹਨੇ ਆਖਿਆ ਯਾਰ ਖਿਡਾਉਣੇ ਤੇ ਮੈਨੂੰ ਦੇ ਦੇ, ਮੈਂ ਆਪਣੇ ਬੱਚਿਆਂ ਨੂੰ ਤੋਰ ਦਿਆਂਗਾ, ਬੰਦਾ ਪਾਕਿਸਤਾਨ ਜਾ ਰਿਹਾ। ਉਹਨੇ ਆਖਿਆ ਠੀਕ ਹੈ ਅੰਕਲ ਜੀ ਤੁਸੀਂ ਲੈ ਲਓ। ਜਨਾਬ ਕੱਪੜੇ ਜਿਹੜੇ ਨੇ ਉਹਨੇ ਆਪੂ ਰਾਹ ਲਏ। ਮੁੰਡਿਆਂ ਤੱਕੇ ਵਾਕਈ ਸੋਹਣੀਆਂ ਜਰਸੀਆਂ ਬਿਲਕੁਲ ਬ੍ਰਾਂਡ ਦੀਆਂ, ਸ਼ਰਟਾਂ ਵੀ ਬੜੀਆਂ ਵਧੀਆ। ਉਹਨੇ ਆਖਿਆ ਯਾਰ ਤੂੰ ਤੇ ਛਾ ਗਏ, ਅੱਗੇ ਤੇ ਕਦੇ ਕਿਸੇ ਬੰਦੇ ਨਾਲ ਇਸ ਤਰ੍ਹਾਂ ਨਹੀਂ ਹੋਇਆ। ਉਹ ਜਨਾਬ ਬੜਾ ਖੁਸ਼ ਹੈ। ਆਸਤਾ ਤੁਹਾਨੂੰ ਪਤਾ ਮਾਲਕ ਨਾਲ ਜਾ ਕੇ ਗੱਲਬਾਤ ਕਰਦਾ। ਉਹਦੇ ਦਫ਼ਤਰ ਜਾਣ ਲੱਗ ਪਿਆ। ਸਾਰੇ ਮੁੰਡੇ ਤੱਕਦੇ ਸੀ ਇਹ ਤੇ ਬੜਾ ਕਲੋਜ਼ ਹੋ ਗਿਆ ਹੈ। ਉਹ ਇੱਕ ਦਿਨ ਇੰਜ ਹੋਇਆ ਕਿ ਮਾਲਕਨ ਦਾ ਜਿਹੜਾ ਬॉयਫ੍ਰੈਂਡ ਹੈ ਉਹਦੇ ਨਾਲ ਕੋਈ ਗੱਲਬਾਤ ਹੋ ਗਈ ਤੇ ਉਹਦੇ ਨਾਲ ਉਹਦੀ ਖਤਮ ਹੋ ਗਈ। ਜਿਸਲੇ ਉਹਦੀ ਖਤਮ ਹੋਈ ਤੇ ਇਹ ਜਨਾਬ ਹੋਰ ਉਹਦੇ ਕਲੋਜ਼ ਹੋਣਾ ਸ਼ੁਰੂ ਹੋ ਗਿਆ। ਜ਼ਾਹਿਰ ਗੱਲ ਹੈ ਫੈਕਟਰੀ ਪਤਾ ਤੇ ਲੱਗ ਜਾਂਦਾ ਕਿ ਬॉयਫ੍ਰੈਂਡ ਨੂੰ ਹੈ ਸੀ ਜਾਂ ਨਹੀਂ ਹੈ। ਇਹਨੇ ਜਨਾਬ ਕੋਲ ਹੋਣਾ ਸ਼ੁਰੂ ਕਰ ਦਿੱਤਾ। ਇੱਕ ਦਿਨ ਜਨਾਬ ਇਹਨੇ ਹਿੰਮਤ ਮਾਰ ਕੇ ਤੇ ਮਾਲਕਨ ਨੂੰ ਕਹਿੰਦਾ ਕਿ ਤੂੰ ਮੈਨੂੰ ਬੜੀ ਸੋਹਣੀ ਲੱਗਣੀ ਹੈ, ਤੂੰ ਬੜੀ ਪਿਆਰੀ ਹੈ। ਉਹ ਜਨਾਬ ਬੜੀ ਖੁਸ਼ ਹੋਈ। ਉਹਨੇ ਆਖਿਆ ਥੈਂਕ ਯੂ, ਸ਼ੁਕਰੀਆ ਤੇਰਾ, ਤੂੰ ਮੈਨੂੰ ਪਸੰਦ ਕਰਨੇ, ਲੇਕਿਨ ਫਿਲਹਾਲ ਮੇਰਾ ਇੰਜ ਦਾ ਕੋਈ ਇਰਾਦਾ ਨਹੀਂ ਹੈ। ਉਹ ਜਨਾਬ ਅਗੂ ਮਾਲਕਨ ਨੂੰ ਕਹਿੰਦਾ ਕਿ ਮੈਂ ਪਾਕਿਸਤਾਨ ਜਾਣਾ, ਮੇਰਾ ਦਿਲ ਹੈ ਇਸ ਵਾਰੀ ਜਿਹੜਾ ਮੈਂ ਰੋਜ਼ੇ ਜਿਹੜੇ ਨੇ ਪਾਕਿਸਤਾਨ ਜਾ ਕੇ ਗੁਜ਼ਾਰੋ। ਉਹਨੇ ਆਖਿਆ ਕੋਈ ਮਸਲਾ ਨਹੀਂ, ਤੂੰ ਲਗਾ ਜਾ, 500 ਯੂਰੋ ਵੀ ਮੇਰੇ ਕੋਲ ਲੈ ਜਾ, ਤੂੰ ਈਦ ਕਰਕੇ ਤੇ ਫੇਰ ਵਾਪਸ ਆ ਜੀ। ਉਹ ਜਨਾਬ ਇਸ ਤਰ੍ਹਾਂ ਜਿਸਲੇ ਪਾਕਿਸਤਾਨ ਗਿਆ, ਜਾ ਕੇ ਜਨਾਬ ਉਥੋਂ ਗੋਰੀ ਵਾਸਤੇ ਪਾਕਿਸਤਾਨੀ ਜੋੜਾ ਲਿਓ ਸੂ ਬੜਾ ਮਹਿੰਗਾ ਜਿਹਾ। ਉਹ ਲੈ ਕੇ ਨਾਲ ਇੱਕ ਚੇਨ ਲੈ ਕੇ ਤੇ ਜਨਾਬ ਘਰਦਿਆਂ ਨੂੰ ਕਹਿੰਦਾ ਕਿ ਮੈਂ ਨਾਲ ਖੜਨੀਆਂ ਨੇ। ਜਿਸਲੇ ਨਾਲ ਇੱਥੇ ਲੈ ਕੇ ਆਇਆ ਤੇ ਮਾਲਕਨ ਕੋ ਸਿੱਧਾ ਦਫ਼ਤਰ ਟੁਰ ਗਿਆ। ਉਹਨੇ ਆਖਿਆ ਕਿ ਮੇਰੀ ਅੰਮਾ ਨੇ ਦਿੱਤਾ ਤੇਰੇ ਵਾਸਤੇ ਕਿ ਤੈਨੂੰ ਲਾਜ਼ਮੀ ਦੇ, ਤੂੰ ਬੜੀ ਚੰਗੀ ਹੈ। ਉਹਨੇ ਆਖਿਆ ਠੀਕ ਹੈ ਮੈਂ ਟਰਾਈ ਮਾਰਾਂਗੀ। ਪਾਗ ਉਹਨੇ ਆਖਿਆ ਨਹੀਂ ਤੂੰ ਇੰਜ ਕਰਨਾ ਵਾਲਾ ਜਿਸਲੇ ਪਾਣਾ ਮੈਨੂੰ ਤੂੰ ਦੱਸਣਾ, ਮੈਂ ਆਪਣੀ ਅੰਮਾ ਨੂੰ ਤਕਾਣਾ। ਉਹਨੇ ਆਖਿਆ ਮੈਨੂੰ ਉਹਨੇ ਆਖਿਆ ਠੀਕ ਆ ਬੜੀ ਹੱਸੀ। ਉਹਨੇ ਆਖਿਆ ਠੀਕ ਹੈ ਕਿ ਤੂੰ ਜਿਹੜਾ ਆਪਣੀ ਅੰਮਾ ਨੂੰ ਤਕਾ ਲਵੀਂ। ਉਹਨੇ ਜਨਾਬ ਇਹਨੂੰ ਕਾਲ ਕੀਤੀ, ਇਹਨੂੰ ਆਖਿਆ ਕਿ ਤੂੰ ਇੰਜ ਕਰ ਮੇਰੇ ਘਰ ਆ ਜਾ, ਮੈਂ ਕੱਪੜੇ ਪਾਣੀ ਆ ਤੇ ਤੂੰ ਜਿਹੜਾ ਆਪਣੀ ਅੰਮਾ ਨੂੰ ਤਕਾ ਲਈ। ਉਹ ਜਨਾਬ ਜਿਸਲੇ ਉਹਦੇ ਘਰ ਗਿਆ, ਜਾ ਕੇ ਉਹਨੇ ਅੰਮਾ ਨੂੰ ਤਕਾਇਆ। ਅੰਮਾ ਜਿਹੜਾ ਗੱਲਾਂ ਕਰਨ ਲੱਗ ਪਈ। ਅੰਮਾ ਇਹਦੇ ਨਾਲੋਂ ਵੱਧ ਜਿਹੜਾ ਚਾਪਲੂਸੀਆਂ ਲਾਣ ਲੱਗ ਪਈ, ਤੂੰ ਬੜੀ ਸੋਹਣੀ ਲੱਗੀ ਹੈ, ਤੂੰ ਬੜੇ ਇੰਜ ਪਿਆਰ ਸੱਟਣ ਲੱਗ ਪਈ ਉਹਦੇ ਨਾਲ। ਉਹ ਗੋਰੀ ਵੀ ਜਿਹੜੀ ਆ ਬੜੀ ਖੁਸ਼ ਹੋਈ ਤੇ ਬੜੀ ਇਹਨਾਂ ਨਾਲ ਕਲੋਜ਼ ਹੋ ਗਈ। ਉਹ ਆਸਤਾ ਜਨਾਬ ਇਹਨੂੰ ਜਵਾਨ ਨੂੰ ਜਿਹੜਾ ਨਾ ਉਹ ਆਪਣੇ ਘਰ ਲੈ ਗਈ। ਜਿਸਲੇ ਘਰ ਲੈ ਕੇ ਗਈ, ਘਰ ਸਵਿਮਿੰਗ ਪੂਲ ਵਗੈਰਾ ਐਸੀ, ਉੱਥੇ ਜਨਾਬ ਜਵਾਨ ਨਹਾਤਾ ਨੂਤਾ, ਉਹਦੇ ਨਾਲ ਜਾ ਕੇ ਫਰੈਸ਼ ਹੋਇਆ। ਫਰੈਸ਼ ਹੋਣ ਤੋਂ ਬਾਅਦ ਗੋਰੀ ਜਿਹੜਾ ਆਪਣੇ ਬੈੱਡ ਤੇ ਲੈ ਗਈ ਤੇ ਜਵਾਨ ਨੂੰ ਪਤਾ ਲੱਗ ਗਿਆ ਹੁਣ ਮੇਰੀ ਜਗ੍ਹਾ ਜਿਹੜੀ ਹੈ ਪੱਕੀ ਹੈ।
ਉਹ ਜਨਾਬ ਉੱਥੇ ਜਨਾਬ ਬੈਠ ਤੇ ਪੂਰੇ ਮਜ਼ੇ ਮੁਜ਼ੇ ਕੀਤੇ, ਰਾਤ ਉੱਥੇ ਰਿਹਾ। ਉਸ ਤੋਂ ਬਾਅਦ ਜਨਾਬ 2-4 ਵਾਰੀ ਤੇ ਉਹਦੇ ਘਰ ਜਾਂਦਾ ਰਿਹਾ। ਉਸ ਤੋਂ ਬਾਅਦ ਗੋਰੀ ਨੇ ਆਖਿਆ ਕਿ ਤੂੰ ਇੰਜ ਕਰ, ਹੁਣ ਮੇਰੇ ਘਰ ਹੀ ਸ਼ਿਫਟ ਹੋ ਜਾ। ਉਹਨੇ ਆਖਿਆ ਠੀਕ ਹੈ। ਉਹਨੇ ਜਨਾਬ ਡੇਰੇ ਤੇ ਦੱਸਿਆ ਕਿ ਇਸ ਤਰ੍ਹਾਂ ਜਿਹੜਾ ਮੈਂ ਉਹਦੇ ਘਰ ਹੀ ਸ਼ਿਫਟ ਹੋ ਰਿਹਾ। ਅੱਗੋਂ ਮੁੰਡੇ ਜਿਹੜੇ ਸਾਰੇ ਕੰਮ ਕਰਦੇ ਸੀ ਉਹਨਾਂ ਆਖਿਆ ਯਾਰ ਤੂੰ ਕਿਹੜਾ ਕੰਮ ਕੀਤਾ, ਕਿਰੇ ਸਾਨੂੰ ਵੀ ਛੁੱਟੀ ਕਰਨਾ। ਆਖਿਆ ਜਿੰਨੇ ਮੇਰੇ ਨਾਲ ਬਦਤਮੀਜ਼ੀ ਕੀਤੀ ਨਾ ਤੇ ਮੈਂ ਉਹਨੂੰ ਇੱਥੋਂ ਫੈਕਟਰੀ ਚੋਂ ਕਢਾ ਦੇਣਾ, ਇਸ ਵਾਸਤੇ ਮੇਰੇ ਨਾਲ ਬਦਤਮੀਜ਼ੀ ਕਰਨ ਦੀ ਲੋੜ ਕੋਈ ਹੈ। ਉਹ ਜਨਾਬ ਮੁੰਡੇ ਸਾਰੇ ਚੁੱਪ ਕਰ ਗਏ। ਅੱਗੋਂ ਫੈਕਟਰੀ ਜਨਾਬ ਮਾਲਕਣ ਨੇ ਆਖਿਆ ਤੂੰ ਇਸ ਜਗ੍ਹਾ ਤੇ ਕੰਮ ਨਹੀਂ ਕਰਨਾ, ਤੂੰ ਜਿਹੜਾ ਇੱਥੇ ਮੇਰੇ ਨਾਲ ਦਫ਼ਤਰ 'ਚ ਬਹਿਣਾ ਕਰਨਾ, ਤੂੰ ਇਹ ਕੰਮ ਦੇਖਣਾ ਕਰਨਾ। ਜਿਹੜੇ ਮੁੰਡਿਆਂ ਦੇ ਘੰਟੇ ਛੰਟੇ ਹੁੰਦੇ, ਜੋ ਕੰਮ ਹੁੰਦਾ ਸੀ ਬੜਾ ਈਜ਼ੀ ਜੋਬ ਉਹਨੂੰ ਲੱਭ ਗਈ ਸੀ। ਅੱਗੋਂ ਉਹਨੂੰ ਜਿਹੜਾ ਜਨਾਬ ਬੈਂਕ ਦੀ ਵੀ ਸਾਰੀ ਡਿਟੇਲ ਦੇ ਦਿੱਤੀ ਸੀ। ਜਵਾਨ ਕੋਲ ਸਾਰਾ ਹੋਲਡ ਜਿਹੜਾ ਫੈਕਟਰੀ ਦਾ ਉਹ ਆ ਗਿਆ ਸੀ। ਹੁਣ ਉਹਨੂੰ ਟੈਨਸ਼ਨ ਕੋਈ ਨਹੀਂ ਸੀ। ਜੋ ਵੀ ਉਹ ਕਰਦਾ ਸੀ, ਕਿਸੇ ਮੁੰਡੇ ਨੂੰ ਰੱਖਣਾ ਹੈ, ਕਿਸੇ ਨੂੰ ਘੰਟੇ ਲਵਾਉਣੇ ਦੀ ਕੋਸ਼ਿਸ਼ ਇਹ ਕਰਦਾ ਸੀ, ਸਾਰਿਆਂ ਦੇ ਘੰਟੇ ਨਹੀਂ ਸੀ ਲਵਾਉਂਦਾ। ਉਹਨੂੰ ਮਾਲਕਾਂ ਨੂੰ ਕਹਿੰਦਾ ਕਿ ਇਸ ਤਰ੍ਹਾਂ ਜਿਹੜਾ ਇਹ ਇਤਨੇ ਟਾਈਮ 'ਚ ਕੰਮ ਹੋ ਜਾਣਾ। ਜ਼ਾਹਿਰੀ ਗੱਲ ਹੈ ਉਹਨੇ ਕੰਮ ਕੀਤੇ ਅਸੀਂ। ਉਹ ਜਨਾਬ ਸਾਰਿਆਂ ਨੂੰ ਖਿੱਚਣ ਲੱਗ ਪਿਆ। ਉਹ ਮੁੰਡੇ ਸਾਰੇ ਤੰਗ ਹੋ ਗਏ। ਆਂਦਾ ਚੰਗੇ ਭਲੇ ਪੈਸੇ ਕਮਾਉਂਦੇ ਸਾਂ, ਇਸ ਬੰਦੇ ਨੇ ਆ ਕੇ ਸਾਨੂੰ ਖਿੱਚ ਪੱਟ ਕੇ ਰਾਹ ਦਿੱਤਾ। ਹੁਣ ਤਾਂ ਰੁਪਈਏ ਨਿਕਲਦੇ ਕਿ ਨਹੀਂ, ਪੂਰੀ ਤਨਖਾਹ ਨਿਕਲਦੀ ਹੈ ਮਸਾਂ। ਉਹ ਮਾਲਕਾਂ ਜਿਹੜੀ ਹੈ ਉਹ ਵੀ ਤੱਕਦੀ ਸੀ, ਹੁੰਦੀ ਤੂੰ ਤੇ ਬੜੀ ਬਚਤ ਕਰਨ ਲੱਗ ਪਏ, ਲੇਕਿਨ ਕੰਮ ਵੀ ਉਸੇ ਤਰ੍ਹਾਂ ਹੀ ਚੱਲ ਰਿਹਾ। ਹੋਰ ਜ਼ਿਆਦਾ ਉਹਦੇ ਤੇ ਖੁਸ਼ ਹੋ ਗਈ। ਉਹਨੇ ਜਨਾਬ ਜਿਹੜਾ ਸੈਕਟਰੀ ਵਾਲਾ ਏਰੀਆ ਉਹ ਵੀ ਇਹਨੂੰ ਦੇ ਦਿੰਦੇ। ਆਖਿਆ ਜੋ ਤੂੰ ਕਰਨਾ ਹੁੰਦਾ ਤੂੰ ਕਰ ਲਿਆ ਕਰ। ਉਹ ਜਨਾਬ ਹੋਰ ਆਜ਼ਾਦ ਹੋ ਗਿਆ। ਇਹਨੇ ਜਨਾਬ ਇਹ ਕੰਮ ਸ਼ੁਰੂ ਕਰ ਦਿੱਤਾ ਕਿ ਅੱਗੂ ਜਿਹੜੇ ਮੁੰਡੇ ਸੀ, ਕਈਆਂ ਦੇ ਪੇਪਰ ਬਣਵਾਉਣੇ ਸੀ, ਉਹਨਾਂ ਜਨਾਬ ਕੰਟਰੈਕਟ ਦੇ ਕੇ ਉਹਨਾਂ ਕੋਲੋਂ ਪੈਸੇ ਲੈ ਕੇ ਤੇ ਜਨਾਬ ਫੈਕਟਰੀ 'ਚ ਮਹੀਨਾ ਸਾਰਾ ਕੰਮ ਰੱਖਦਾ ਸੀ। ਅੱਗੂ ਜਿਹੜਾ ਉਹਨਾਂ ਨੂੰ ਛੁੱਟੀ ਕਰਾ ਦਿੰਦਾ ਸੀ। ਉਹ ਇਸ ਤਰ੍ਹਾਂ ਕਰਦਿਆਂ ਤਕਰੀਬਨ 40 ਤੋਂ 50 ਬੰਦਿਆਂ ਕੋਲੋਂ ਉਹਨੇ ਜਨਾਬ ਪੈਸੇ ਲੈ ਕੇ ਤੇ ਉਹਨਾਂ ਦੇ ਪੇਪਰ ਬਣਵਾਏ ਸੀ। ਲੇਕਿਨ ਮਾਲਕਾਂ ਨੂੰ ਤੇ ਕਿਸੇ ਗੱਲ ਦਾ ਪਤਾ ਹੀ ਕੋਈ ਨਹੀਂ ਸੀ। ਜ਼ਾਹਿਰੀ ਗੱਲ ਉਹਨੂੰ ਕੀ ਪਤਾ, ਉਹਨੇ ਸਾਰੀ ਅਥਾਰਟੀ ਦਿੱਤੀ ਸੀ। ਇਹ ਤੇ ਜਾ ਕੇ ਉਹਦੇ ਕੋਲ ਸੌਂਦਾ ਸੀ। ਅੱਗੂ ਇਹਨੇ ਆਖਿਆ ਕਿ ਮੈਂ ਇੱਕ ਪਾਕਿਸਤਾਨ ਚੱਕਰ ਲਾਣਾ ਹੈ। ਉਹ ਕਹਿੰਦੀ ਹੈ ਚੱਲ ਮੈਂ ਵੀ ਤੇਰੇ ਨਾਲ ਚੱਲਣੀ ਆ। ਮੁੰਡੇ ਸਾਰੇ ਦੇਖ ਕੇ ਪਰੇਸ਼ਾਨ ਕਿ ਮਾਲਕਣੀ ਦੇ ਨਾਲ ਚੱਲੀ ਹੈ। ਐਡੀ ਫੈਕਟਰੀ ਦੀ ਮਾਲਕ ਬੜੀ ਸਟੈਂਡਰਡ ਦੀ ਉਹਨੇ ਗੱਡੀ ਰੱਖੀ ਸੀ। ਉਹ ਜਨਾਬ ਨਾਲ ਤਿਆਰ ਹੋ ਗਈ। ਜਿਸ ਵੇਲੇ ਪਾਕਿਸਤਾਨ ਗਈ, ਅੱਗੂ ਫੇਰ ਰਮਜ਼ਾਨ ਸੀ। ਉਹਨੇ ਜਨਾਬ ਜਾ ਕੇ ਨਾਲ ਹੋ ਕੇ ਇਸ ਵੇਲੇ ਸਾਰਿਆਂ ਨੂੰ ਤੱਕਿਆ ਰਮਜ਼ਾਨ ਰੱਖਦਿਆਂ, ਤੇ ਉਹ ਬੜੀ ਖੁਸ਼ ਹੋਈ ਕਿ ਇਸ ਤਰ੍ਹਾਂ ਸਾਰੇ ਜਿਹੜੇ ਰਮਜ਼ਾਨ ਹੁੰਦੇ ਆ ਮੈਂ ਵੀ ਨਾ ਰੱਖਾਂਗੀ। ਉਹ ਜਨਾਬ ਪਾਕਿਸਤਾਨ ਜਾ ਕੇ ਇਤਨੀ ਗਰਮੀ 'ਚ ਉਹਨੇ ਵੀ ਨਾਲ ਹੋ ਕੇ ਰੋਜ਼ਾ ਰੱਖਿਆ। ਤੇ ਉਹ ਸਾਰੇ ਤੱਕਦੇ ਕਿ ਬੜੀ ਉਹਨੂੰ ਭੁੱਖ ਲੱਗੀ। ਉਹਨੂੰ ਕਹਿੰਦੀ ਹੈ ਨਾ ਮੈਂ ਬਿਲਕੁਲ ਈਜ਼ੀ ਆ, ਮੈਨੂੰ ਕੋਈ ਮਸਲਾ ਨਹੀਂ। ਜਨਾਬ 15 ਤੋਂ 16 ਉਹਨੇ ਰੋਜ਼ੇ ਰੱਖੇ। ਉੱਥੇ ਨਾਲ ਇਹਨਾਂ ਦੇ ਰਹੀ। ਫੈਕਟਰੀ ਜਿਹੜਾ ਪਿੱਛੇ ਉਹ ਜਨਾਬ ਕੋਈ ਹੋਰ ਬੰਦਾ ਹੋਲਡ ਸੰਭਾਲਦਾ ਪਿਆ। ਉੱਥੇ ਜਾ ਕੇ ਸਾਰੇ ਘਰਦਿਆਂ ਨੂੰ ਸ਼ਾਪਿੰਗਾਂ ਕਰਾ, ਚੀਜ਼ਾਂ ਲੈ ਕੇ ਤੇ ਪੂਰਾ ਇੰਜੋਇਮੈਂਟ ਉਹਨੇ ਕਰਵਾਇਆ। ਉੱਥੋਂ ਰਹਿ ਕੇ ਜਿਸ ਵੇਲੇ ਵਾਪਸ ਆਈ ਬੜੀ ਖੁਸ਼ ਆਈ ਕਿ ਮੈਨੂੰ ਬੜਾ ਮਜ਼ਾ ਆਇਆ ਪਾਕਿਸਤਾਨ। ਉਹ ਜਿਸ ਵੇਲੇ ਵਾਪਸ ਆਈ ਤੇ ਜਨਾਬ ਅੱਗੂ ਇੱਕ ਮੁੰਡਾ ਜਿਹੜਾ ਉਹਦੇ ਨਾਲ ਇਹਨੇ ਬਦਤਮੀਜ਼ੀ ਕੀਤੀ ਚੰਗੀ ਟਕਾ ਕੇ। ਉਹਨੇ ਆਖਿਆ ਕਿ ਜਿਸ ਬੰਦੇ ਨੂੰ ਇਹਨੇ ਕੰਟਰੈਕਟ ਦਿੱਤੀ ਸੀ, ਉਹਨੇ ਆਖਿਆ ਤੂੰ ਇੰਜ ਕਰ, ਮੈਂ ਤੈਨੂੰ ਇੱਕ ਗੱਲ ਦੱਸਣਾ, ਨਾਲੇ ਤੇਰਾ ਕੰਮ ਇੱਥੇ ਪੱਕਾ ਹੋ ਜਾਏਗਾ, ਨਾਲੇ ਤੂੰ ਇੱਥੇ ਸੈਟਲ ਹੋ ਜਾਏਗਾ, ਨਹੀਂ ਤੇ ਤੈਨੂੰ ਅੱਗੂ ਤੇਰਾ ਟੈਕਸ ਕੋਈ ਨਹੀਂ ਚੱਲਣਾ, ਤੇਰੇ ਵਾਸਤੇ ਮਸਲਾ ਬਣ ਜਾਣਾ। ਉਹਨੇ ਆਖਿਆ ਦੱਸ ਕੀ ਕਰਾਂ। ਉਹਨੇ ਆਖਿਆ ਤੂੰ ਇੰਜ ਕਰ, ਸਾਡੀ ਮਾਲਕਨ ਕੋਲ ਡਾਇਰੈਕਟ ਲਗਾ ਜਾ, ਉਹਦੇ ਨਾਲ ਜਾ ਕੇ ਗੱਲ ਕਰ। ਇਸ ਤਰ੍ਹਾਂ ਇਹਨੇ ਮੈਨੂੰ ਕੰਟਰੈਕਟ ਦਿੱਤਾ ਸੀ, ਇਹਨੇ ਮੇਰੇ ਕੋਲੋਂ ਪੈਸੇ ਲਏ ਸੀ ਤੇ ਇਸ ਤਰ੍ਹਾਂ ਕਰਕੇ ਇਹਨੇ ਮੇਰਾ ਸਾਰਾ ਫਰਾਡ ਕੀਤਾ ਹੈ। ਉਹਨੇ ਆਖਿਆ ਯਾਰ ਇਹ ਨਾ ਹੋਵੇ ਮੇਰੇ ਨਾਲ ਮਸਲਾ ਬਣ ਜਾਏ, ਮੇਰੇ ਪੇਪਰ ਖਤਮ। ਉਹਨੇ ਆਖਿਆ ਤੂੰ ਫਿਕਰ ਨਾ ਕਰ, ਤੇਰੇ ਪੇਪਰ ਹੁਣ ਖਤਮ ਨਹੀਂ ਹੋ ਸਕਦੇ, ਇਹ ਮੇਰੀ ਜ਼ਿੰਮੇਵਾਰੀ ਹੈ। ਉਹਨੇ ਜਨਾਬ ਮੁੰਡੇ ਨੂੰ ਆਖਿਆ, ਮੁੰਡੇ ਨੇ ਆਖਿਆ ਠੀਕ ਹੈ ਲਗੇ ਚੱਲਨੇ ਆ। ਉਹ ਜਨਾਬ ਇੰਜ ਗਿਆ ਮਾਲਕਨ ਨੂੰ ਜਾ ਕੇ ਕਹਿੰਦਾ ਕਿ ਤੇਰੇ ਨਾਲ ਗੱਲ ਕਰਨੀ। ਉਹਨੇ ਆਖਿਆ ਦੱਸ ਕੀ ਕਰਨਾ। ਉਹਨੇ ਆਖਿਆ ਇਸ ਤਰ੍ਹਾਂ ਜਿਹੜਾ ਤੇਰਾ ਬॉयਫ੍ਰੈਂਡ ਹੈ ਨਾ ਸਾਡਾ ਜਿਹੜਾ ਪਾਕਿਸਤਾਨੀ ਹੈ, ਉਹਨੇ ਮੇਰੇ ਨਾਲ ਇਸ ਤਰ੍ਹਾਂ ਫਰਾਡ ਕੀਤਾ। ਉਹਨੇ ਆਖਿਆ ਕੀ ਫਰਾਡ ਕੀਤਾ। ਉਹਨੇ ਆਖਿਆ ਇਸ ਤਰ੍ਹਾਂ ਮੇਰੇ ਕੋਲ ਇਤਨੇ ਨੇ ਯੂਰੋ ਲਏ ਨੇ, ਮੈਨੂੰ ਕੰਮ ਦਾ ਕੰਟਰੈਕਟ ਦਿੱਤਾ ਸੀ, ਮੇਰੇ ਪੇਪਰ ਬਣਵਾਏ ਸੀ, ਉਸ ਤੋਂ ਬਾਅਦ ਮੈਨੂੰ ਕੰਮ ਤੇ ਨਹੀਂ। ਉਹਨੇ ਆਖਿਆ ਇਹ ਨਹੀਂ ਹੋ ਸਕਦਾ, ਉਹ ਇਸ ਤਰ੍ਹਾਂ ਦਾ ਨਹੀਂ ਹੈ। ਉਹਨੇ ਆਖਿਆ ਬਿਲਕੁਲ ਉਹ ਇਸ ਤਰ੍ਹਾਂ ਦਾ ਹੀ ਹੈ, ਤੁਹਾਨੂੰ ਨਹੀਂ ਪਤਾ ਉਹਦਾ। ਉਹਨੇ ਆਖਿਆ ਨਹੀਂ ਇਹ ਨਹੀਂ। ਉਹਨੇ ਆਖਿਆ ਉਹਨੇ ਤਕਰੀਬਨ 40 ਤੋਂ 50 ਬੰਦਿਆਂ ਦੇ ਜਿਹੜਾ ਨਾ ਉਹ ਇਸ ਤਰ੍ਹਾਂ ਪੇਪਰ ਬਣਵਾਏ ਨੇ। ਉਹਨੇ ਜਨਾਬ ਜਿਸ ਵੇਲੇ ਉਹਨੇ ਆਖਿਆ ਮੈਂ ਠੀਕ ਆ, ਆਪਣੇ ਵਕੀਲ ਕੋਲੋਂ ਪਤਾ ਕਰਨੀ ਹੈ, ਫਿਰ ਮੈਂ ਤੇਰੇ ਨਾਲ ਰਾਬਤਾ ਕਰਾਂਗੀ। ਉਹਨੇ ਉਹਨੂੰ ਕੋਈ ਨਾ ਦੱਸਿਆ। ਉਹਨੇ ਜਨਾਬ ਇਸ ਤਰ੍ਹਾਂ ਕੀਤਾ, ਆਪਣੇ ਵਕੀਲ ਨਾਲ ਰਾਬਤਾ ਕੀਤਾ, ਉਹਨੂੰ ਆਖਿਆ ਕਿ ਪਤਾ ਕਰਕੇ ਮੈਨੂੰ ਦੱਸ ਕਿ ਵਾਕਈ ਇਹ ਕੰਮ ਹੋਇਆ। ਉਹਨੇ ਇਸ ਵੇਲੇ ਪਤਾ ਕੀਤਾ ਤੇ ਵਾਕਈ 40 ਤੋਂ 50 ਬੰਦਿਆਂ ਦੇ ਉਹਨੇ ਪੇਪਰ ਬਣਵਾਏ ਸੀ। ਉਹ ਜਨਾਬ ਤੱਕ ਕੇ ਪਰੇਸ਼ਾਨ ਹੋ ਗਏ। ਉਹਨੇ ਤੱਕਿਆ ਕਿ ਇਹਨਾਂ ਕੋਲੋਂ 12,000 13,000 ਯੂਰੋ ਲੈ ਕੇ ਤੇ ਫਿਰ ਇਹਨਾਂ ਦੇ ਪੇਪਰ ਬਣਵਾਏ ਸੀ, ਮਹੀਨਾ ਟੈਕਸ ਚਲਾਏ ਆ। ਇਹਨੂੰ ਬੜਾ ਗੁੱਸਾ ਚੜਿਆ। ਉਹ ਟੁਰ ਗਈ ਸਿੱਧੀ ਪੁਲਿਸ ਕੋਲ। ਪੁਲਿਸ ਨੂੰ ਜਾ ਕੇ ਆਦੀ ਹੈ ਕਿ ਇਸ ਤਰ੍ਹਾਂ ਜਿਹੜਾ ਇਹ ਬੰਦਾ ਮੇਰਾ ਬॉयਫ੍ਰੈਂਡ ਬਣਿਆ ਸੀ ਤੇ ਇਸ ਬੰਦੇ ਨੇ ਜਿਹੜਾ ਮੇਰੇ ਨਾਲ ਇਹ ਕੰਮ ਕੀਤਾ, ਇਹ ਫਰਾਡ ਕਰਦਾ ਰਿਹਾ ਬੰਦਿਆਂ ਨਾਲ, ਮੈਂ ਇਹਨੂੰ ਸਾਰੀ ਅਥਾਰਟੀ ਦਿੱਤੀ ਸੀ ਫੈਕਟਰੀ ਦੀ, ਲੇਕਿਨ ਇਹ ਧੋਖਾ ਕਰਦਾ ਰਿਹਾ। ਪੁਲਿਸ ਨੇ ਜਨਾਬ ਰਿਪੋਰਟ ਲਿਖ ਲਈ। ਜਵਾਨ ਤੇ ਬੜੇ ਆਰਾਮ ਸਕੂਨ ਨਾਲ ਇੱਥੇ ਫੈਕਟਰੀ 'ਚ ਆਏ ਅਸੀਂ। ਇਹਨੂੰ ਤਾਂ ਨਹੀਂ ਸੀ ਨਾ ਪਤਾ ਕਿ ਗੋਰੀ ਕੀ ਕੰਮ ਪਾਈ ਹੈ। ਉਹ ਜਨਾਬ ਪੁਲਿਸ ਆ ਗਈ। ਪੁਲਿਸ ਨੇ ਆ ਕੇ ਇਹਨੂੰ ਗ੍ਰਿਫਤਾਰ ਕੀਤਾ। ਇਹ ਰੋਲਾ ਪਾਉਣ ਲੱਗ ਪਿਆ ਕਿ ਮੈਨੂੰ ਇਸ ਤਰ੍ਹਾਂ ਪੁਲਿਸ ਲੈ ਚੱਲੀ ਹੈ। ਉਹ ਅੱਗੂ ਕੋਨਾ ਦਫ਼ਤਰ 'ਚੋਂ ਨਿਕਲੀ। ਜਿਸ ਵੇਲੇ ਜਨਾਬ ਪੁਲਿਸ ਲੈ ਗਈ, ਉਹਨਾਂ ਜਾ ਕੇ ਦੱਸਿਆ ਕਿ ਤੂੰ ਇਸ ਤਰ੍ਹਾਂ ਐਡਾ
ਵੱਡਾ ਫਰਾਡ ਕੀਤਾ ਤੇ ਇਹ ਸਾਰੇ ਬੰਦੇ ਆਖਦੇ ਨੇ ਪਏ ਕਿ ਤੂੰ ਇਹ ਸਾਰਾ ਫਰਾਡ ਕੀਤੇ ਆ। ਪਾਕਿਸਤਾਨ ਢੇਰ ਵੱਡੀ ਉਹਨੇ ਕੋਠੀ ਬਣਾ ਲਈ ਸੀ, ਰੱਜ ਪੈਸਾ ਟੋਰਿਆ ਸੀ ਉਹਨੇ ਕਿਹਾ ਤੂੰ ਇਸ ਤਰ੍ਹਾਂ ਫਰਾਡ ਕੀਤਾ। ਨਹੀਂ ਮੈਂ ਫਰਾਡ ਕੋਈ ਨਹੀਂ ਕੀਤਾ। ਉਹਨੇ ਆਖਿਆ ਇਸ ਤਰ੍ਹਾਂ ਸਾਰੇ ਬੰਦੇ ਝੂਠ ਪੇ ਬੋਲਦੇ ਨੇ, ਤੂੰ ਸਾਰਿਆਂ ਨੂੰ ਕੰਟਰੈਕਟ ਦਿੱਤੇ ਸੀ। ਉਹ ਜਨਾਬ ਜਿਸ ਵੇਲੇ ਉਹਨੇ ਪਤਾ ਲੱਗਾ ਉਹਨਾਂ ਜਨਾਬ 2 ਮਹੀਨੇ ਨੂੰ ਜੇਲ੍ਹ 'ਚ ਰੱਖਿਆ। ਜੇਲ੍ਹ 'ਚ ਰੱਖਣ ਤੋਂ ਬਾਅਦ ਇਹਦੇ ਪੇਪਰ ਖਤਮ ਕੀਤੇ। ਉਹਨਾਂ ਆਖਿਆ ਤੈਨੂੰ ਤੇ ਪਾਕਿਸਤਾਨ ਡਿਪੋਰਟ ਕੀਤਾ ਜਾਏਗਾ। ਅਗੂ ਜਵਾਨ ਨੂੰ ਜਨਾਬ ਪਾਕਿਸਤਾਨ ਡਿਪੋਰਟ ਕਰ ਦਿੱਤੀ। ਉਹਨੇ ਪਾਕਿਸਤਾਨ ਆ ਗਿਆ, ਪਿੱਛੂ ਰਹਿ ਕੇ ਬੜਾ ਹੀ ਪਛਤਾਇਆ ਕਿ ਮੈਂ ਕੀ ਕੰਮ ਕੀਤਾ, ਮੈਂ ਤੇ ਬੜਾ ਸੈੱਟ ਹੋ ਗਿਆ, ਸੋ ਉਹਦੇ ਨਾਲ ਮੈਂ ਮੌਜਾਂ ਕਰ ਸਕਦਾ ਸਾਂ, ਸੋਹਣਾ ਉਹਦਾ ਮਕਾਨ ਤੇ ਸਵਿਮਿੰਗ ਪੂਲ ਬਣੇ ਆ, ਮੈਂ ਤੇ ਬੜਾ ਹੀ ਕੋਈ ਗਲਤ ਕਰ ਬੈਠਾ। ਪਰ ਇਸ ਤਰ੍ਹਾਂ ਵੀ ਹੁੰਦਾ, ਲਾਲਚ ਜਿਹੜੀ ਆ ਬੁਰੀ ਬਲਾ, ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ, ਜ਼ਰਾ ਠਹਿਰ ਕੇ ਖਾਣਾ ਚਾਹੀਦਾ। ਜ਼ਿਆਦਾ ਜਿਹੜਾ ਢਿੱਡ ਭਰਨ ਦੀ ਕੋਸ਼ਿਸ਼ ਕਰੋਗੇ ਤੇ ਹੋ ਸਕਦਾ ਤੁਹਾਡੇ ਨਾਲ ਮਸਲਾ ਬਣੇ। ਬਾਕੀ ਇਹ ਕਿ ਮੇਰੀ ਵੀਡੀਓ ਤੁਹਾਨੂੰ ਅੱਛੀ ਲੱਗੇ ਤੇ ਕੋਸ਼ਿਸ਼ ਕਰਿਆ ਕਰੋ, ਲਾਈਕ ਵੀ ਕਰਿਆ ਕਰੋ, ਕਮੈਂਟਸ ਵੀ ਕਰਿਆ ਕਰੋ, ਸਬਸਕ੍ਰਾਈਬ ਕਰ ਦਿਓ ਤੇ ਦਿਲ ਖੁਸ਼ ਹੁੰਦਾ। ਬਾਕੀ ਦੁਆਵਾਂ 'ਚ ਯਾਦ ਰੱਖਿਆ ਕਰੋ, ਆਪਣੀ ਸਿਹਤ ਦਾ ਖਿਆਲ ਰੱਖਿਆ ਕਰੋ। ਅੱਲਾ ਹਾਫਿਜ਼।